ਨਾਮ ਵਾਹਿਗੁਰੂ ਗੁਰੂ ग्रंथ साहिब जी एक ओंकार सतनाम करता पुरख निरभौ निर्वैर अकाल मूरत अजोनी सैभं गुर प्रसाद। हम अंधुले अंध बिखै बिखराते क्यों चालें गुर चाली। सतगुर दया करे सुख दाता हम लावह आपन पाली। समुची मानवता दे सरब सांझे रहवर धन आद श्री गुरु ग्रंथ साहिब पातशाह जी दी इलाही हजूरी अंदर सज बैठे गुरु सवारे सत संगी जनों, गुरु गोबिंद सिंह साहिब पिता जी बल्लों बख्शी फतेह परवानों जी। वाहिगुरु जी का खालसा वाहिगुरु जी की फतेह। सतगुरु किरपा सदका 3 दिना गुरमत समागम दे समाप्ति दे दीवान दी हाजरी आप जी काफ़ी समय तो भर रहे हो। सत्कारयोग भाई महल सिंह जी होरां दे कविसरी जथे पासों आप जी ने विलखण सिख इतिहास दे अहम पन्ने सरवण कीते हन। वैसे आप काफ़ी डिटेल दे विच इतिहास के कई नुकतियां दे उत्ते गल करनी जी, क्योंकि वक्त लगभग समाप्ति का हो चुकिया है। जिन्ने भैन भरा आप जी बैठे हो, मैं सिर्फ इको बेनती करांगा, जिन्हां नूं लोड़ महसूस हो रही है वो तुसीं उठ के बेफिक्री नाल चाह भी छक सकते हैं। बस कृपा करके चुप जरूर करना है, चुप करके उठ के भावां चाह छकिया हो जिवें तुहानूं ठीक लगे। आपां 10 बजे राइट कोशिश करांगे फतेह बुला दीए। मन विरतियां नूं एकागर रखदिआं मिल के उचारण करियो जी सतनाम श्री। एहसास करना है अज आपां पातशाह दी हजूरी च बैठ के जदों
ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਦੀਵਾਨ ਸਜਿਆ ਹੋਇਆ ਹੈ। ਇਸ ਸਜੇ ਹੋਏ ਦੀਵਾਨ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਿਲ, ਉਹਨਾਂ ਦੀ ਪਤਨੀ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਵੇਖਦੇ ਨੇ ਕਿ ਇਸ ਵੱਡੇ ਇਕੱਠ ਦੇ ਵਿੱਚ ਕਿਤੇ 4 ਪੁੱਤ ਮੇਰੇ ਵੀ ਬੈਠੇ ਹੋਣਗੇ। ਚਾਰਾਂ ਨੂੰ ਵੇਖਣਾ ਚਾਹੁੰਦੀ ਸੀ ਮਾਂ। ਜਦੋਂ ਇੱਕ ਵੀ ਦਿਖਾਈ ਨਾ ਦਿੱਤਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਹੈ, ਕਿੱਥੇ ਨੇ ਮੇਰੇ 4 ਪੁੱਤ? ਅਹਿਸਾਸ ਕਰਿਓ। ਤਾਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜਿਹੜਾ ਜਵਾਬ ਦਿੰਦੇ ਆ, ਉਹ ਕਰੀਬ ਸਾਨੂੰ ਸਾਰਿਆਂ ਨੂੰ ਜਵਾਨੀ ਯਾਦ ਹੈ। इन पुत्रन के शीस पर वार दिए सुत 4, 4 मुए तो क्या भया, जीवत कई हजार। 4 पुत वार के गुरु गोबिंद सिंह साहिब पातशाह ने किवें सानू अपनी गोदी दे विच बिठाया है। बस आपां इन्नी क गल करनी। किवें वारे ने 4 पुत, कहना डिटेल च सी, मैं फिर तो माफी चाहांगा सब तो। प्यारिओ नोट करियो, 4 पुत किवें वारे है। सत्कारयोग बुजुर्ग बापू तुसी बैठे आ, मेरियां बुजुर्ग मावां भी बैठियां ने। ਅੱਜ ਬਜ਼ੁਰਗੋ, ਜਦੋਂ ਤੁਹਾਡਾ 20-22 ਸਾਲ ਦਾ ਨੌਜਵਾਨ ਪੁੱਤ ਘਰੋਂ ਤੁਰਦਾ ਨਾ ਮੋਟਰਸਾਈਕਲ ਤੇ ਕਿੱਕ ਮਾਰ ਕੇ, ਗੱਡੀ ਨੂੰ ਸੈਲਫ ਮਾਰਨ ਲੱਗਦਾ ਹੈ, ਤੁਸੀਂ ਇੱਕ ਗੱਲ ਕਹਿ ਦਿੰਦੇ ਹੋ ਕਿ ਪੁੱਤ ਹੌਲੀ ਰੱਖੀ ਮੋਟਰਸਾਈਕਲ, ਹੌਲੀ ਜਾਈਂ ਗੱਡੀ ਤੇ। ਤੇ ਮੇਰੇ ਨੌਜਵਾਨ ਭਰਾ ਕਈ ਇਸ ਗੱਲੋਂ ਇਤਰਾਜ਼ ਵੀ ਜਤਾਉਂਦੇ ਆ ਮਾਪਿਆਂ ਤੇ ਕਿ ਬਾਪੂ ਮੈਂ ਕਿਹੜਾ ਪਹਿਲੇ ਦਿਨ ਮੋਟਰਸਾਈਕਲ ਚੁੱਕਿਆ। ਮੇਰੇ ਨੌਜਵਾਨ ਵੀਰੋ, ਤੁਸੀਂ ਜਿੰਨਾ ਮਰਜ਼ੀ ਗੁੱਸਾ ਕਰੀ ਜਾਓ, ਪਰ ਇਹ ਮਮਤਾ ਇਵੇਂ ਦੀ ਹੁੰਦੀ ਆ, ਜਦੋਂ ਕਿਤੇ ਫੇਰ ਤੁਸੀਂ ਮੋਟਰਸਾਈਕਲ ਚੁੱਕੋਗੇ ਨਾ, ਜੇ ਮਾਂ ਜਾਂ ਪਿਓ ਨੇੜੇ ਹੋਵੇਗਾ, ਉਹਨੇ ਲਫ਼ਜ਼ ਫੇਰ ਹੀ ਇਹੀ ਕਹਿਣੇ ਆ, ਪੁੱਤ ਹੌਲੀ ਰੱਖੀ, ਹੌਲੀ ਰੱਖੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ 19 ਸਾਲੇ ਨੌਜਵਾਨ ਪੁੱਤ ਬਾਬਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਤੋਰਨ ਲੱਗੇ। ਜਿਸ ਚਮਕੌਰ ਦੀ ਗੜੀ ਨੂੰ ਔਰੰਗਜ਼ੇਬ ਦੇ ਫੌਜਦਾਰ ਜ਼ਬਰਦਸਤ ਖਾਨ ਨੇ ਆਪਣੀਆਂ ਫੌਜਾਂ ਨਾਲ ਘੇਰਾ ਪਾਇਆ, ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਆਪਣੀਆਂ ਫੌਜਾਂ ਨਾਲ ਘੇਰਾ ਪਾਇਆ, ਇਕੱਲੇ ਵਜ਼ੀਰ ਖਾਨ ਦੇ ਅਧੀਨ 32 ਪਰਗਣੇ ਆਉਂਦੇ ਸੀ, 9000 ਘੋੜਸਵਾਰ ਤੇ 40000 ਪੈਦਲ ਫੌਜੀ ਇਕੱਲੇ ਵਜ਼ੀਰ ਖਾਨ ਦੇ ਆ। ਮੁਰਿੰਡੇ ਵਾਲੇ ਜਾਨੀ ਖਾਂ ਤੇ ਮਾਨੀ ਖਾਂ ਵੀ ਇਸ ਗੜੀ ਨੂੰ ਘੇਰਨ ਆਏ ਨੇ। ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ
ਉਹਦਾ ਦੂਜਾ ਭਰਾ ਨਾਰ ਖਾਨ, ਉਹਦਾ ਤੀਜਾ ਭਰਾ ख्वाजा महमूद अली, ਉਹਦਾ ਭਤੀਜਾ ਨਸਰਤ ਅਲੀ ਖਾਨ, ਉਹਦਾ ਦੂਜਾ ਭਤੀਜਾ ਅਨਵਰ ਖਾਨ। ਇਹ ਮਲੇਰਕੋਟਲੇ ਵਾਲਾ ਸਾਰਾ ਖਾਨਦਾਨ ਵੀ ਚਮਕੌਰ ਦੀ ਗੜੀ ਨੂੰ ਘੇਰਨ ਵਾਲਿਆਂ 'ਚ ਸ਼ਾਮਲ ਹੈ। ਰੰਗੜ ਵੀ ਇਸ ਗੜੀ ਨੂੰ ਘੇਰਨ ਆਏ ਨੇ, ਗੁੱਜਰ ਵੀ ਇਸ ਗੜੀ ਨੂੰ ਘੇਰਨ ਆਏ ਨੇ। ਲੱਖਾਂ ਦੀਆਂ ਫੌਜਾਂ ਦਾ ਮੁਕਾਬਲਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ 40 ਨਾਲ ਕਰਦੇ ਆ। ਮੈਂ ਉਹ 40 ਦਾ ਸਾਰਾ ਨਕਸ਼ਾ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ। ਮੈਂ ਫਿਰ ਤੋਂ ਮਾਫੀ ਮੰਗ ਲਵਾਂ। ਤਾਂ 40 ਮੁਕਾਬਲਾ ਕਰਦੇ ਆ। ਉੱਥੇ ਗੱਲ ਲੈ ਕੇ ਆਵਾਂ ਕਿ 19 ਸਾਲਾ ਬਾਬਾ ਅਜੀਤ ਸਿੰਘ ਜਦੋਂ ਆਪਣੇ ਬਾਪੂ ਤੋਂ ਥਾਪੜਾ ਲੈ ਕੇ ਨਾਮ का अजीत हूं जीता ना जाऊंगा, जीता तो फिर परत के जीता ना आऊंगा, मैदाने जंग विच कुद्या ते जंग यकदम तेज हो गया। ਉਹਦਾ ਕਾਰਨ ਹੈ ਕਿਉਂਕਿ ਹਰ ਇੱਕ ਸਿਪਾਹੀ ਫੌਜੀ ਦੇ ਮਨ ਵਿੱਚ ਇੱਛਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਫਰਜ਼ੰਦ ਮੈਦਾਨੇ ਜੰਗ ਵਿੱਚ ਆ ਗਿਆ। ਜੇ ਅਸੀਂ ਬਾਬਾ ਅਜੀਤ ਸਿੰਘ ਨੂੰ ਨਿਸ਼ਾਨਾ ਲਾਵਾਂਗੇ, ਸਰਕਾਰੇ ਦਰਬਾਰੇ ਸਾਡੀ ਵੈਲਿਊ ਵੱਧ ਬਣੇਗੀ। ਬਾਬਾ ਅਜੀਤ ਸਿੰਘ ਜੀ ਨੇ ਪਹਿਲਾਂ ਆਪਣੇ ਵੱਲੋਂ ਤੀਰਾਂ ਦੀ ਵਰਖਾ ਕੀਤੀ, ਕਿਸੇ ਨੂੰ ਨੇੜੇ ਨਾ ਆਉਣ ਦਿੱਤਾ। तीर खत्म होए ते आखिर फिर नेजा कढ़िया। नेजे दे नाल किन्नियां नूं सोधा लाया। आखिर प्यारिओ शेर मुहम्मद खान मलेरकोटले दा भतीजा अनवर खान लोहे दी संजोग पहन के सामने आ गया। लोहे दी वर्दी। हुण बाबा अजीत सिंह जी दे तां सादे कपड़े पाए आ, तां कोई इहो जी जगह नहीं लभ रही कि निशाना किथे लाउण नेजे नाल। ओ सारा लोहे नाल ढकिया होया। साडा इतिहास दसदा है कि गुरु गोबिंद सिंह साहिब पिता जी दे लखते जिगर ने अपने घोड़े दियां रकाबां ते खड़े होके इन्ने जोर नाल नेजा अनवर खान दी छाती च मारिया, ओ छाती नूं पार कर गया। जदों वापस कड्ढण लगे नेजा टुट गया। फिर श्री साहब दे नाल किन्नियां नूं सोधा लाया। प्यारिओ साहबजादा बाबा अजीत सिंह दे जिहड़ी सब तो पहली बरछी मारी ना, ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸੀਸ ਨੂੰ, ਮਹਾਰਾਜ ਦੇ ਸੀਸ ਨੂੰ ਧੜ ਤੋਂ ਵੱਖਰਾ ਕਰਨ ਵਾਲਾ ਜਲਾਦ ਜਿਹਦਾ ਕੱਲ ਤੁਸੀਂ ਨਾਂ ਸੁਣਿਆ, ਸੈयद ਜਲਾਦ ਜਲਾਲੂਦੀਨ ਦਾ ਵੱਡਾ ਪੁੱਤਰ ਹੈ। ਵੇਖੋ ਦਾਦੇ ਦਾ ਦਾਦੇ ਨਾਲ ਟਾਕਰਾ ਹੋਇਆ, ਵੱਡੇ ਪੋਤਰੇ ਦਾ ਵੱਡੇ ਪੋਤਰੇ ਨਾਲ ਟਾਕਰਾ ਹੋਇਆ। और मैं इत्थे बेनती कर दिया, गुरु तेग बहादुर पातशाह जी दे छोटे पोतरे बाबा जोरावर सिंह ते बाबा फतेह सिंह नूं शहीद करन वाले समाणे दे जलाद शासल वेग ते वासल वेग भी उसे जलालूदीन दे सके भतीजे ने, जिन्हें कुरान दे उत्ते कसम लिख के दिती सी। काजी हसन वली ਇਹ ਵੀ ਉਸੇ ਜਲਾਲੂਦੀਨ ਦੇ ਖਾਨਦਾਨ ਵਿੱਚੋਂ ਸੀ। ਬਾਅਦ ਵਿੱਚ ਆ ਕੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ 4 ਵਰਿਆਂ ਦੇ ਪੁੱਤ ਅਜੈ ਸਿੰਘ ਦਾ ਕਲੇਜਾ ਕੱਢਿਆ ਗਿਆ ਸੀ, ਉਹ ਕਲੇਜਾ ਕੱਢਣ ਵਾਲਾ ਵੀ ਸੈयद ਜਲਾਦ ਨੂਰਦੀਨ ਉਸੇ ਜਲਾਲੂਦੀਨ ਦੇ ਖਾਨਦਾਨ ਵਿੱਚੋਂ। ਇਹ ਇੱਕੋ ਹੀ ਖਾਨਦਾਨ ਹੈ। ਹੁਣ ਬਾਬਾ ਅਜੀਤ ਸਿੰਘ
ਜ਼ਾਲਮਾਂ ਦੇ ਆਹੂ ਲਾਉਂਦੇ ਹੋਏ ਇੱਕ ਪਿਓ ਦੀਆਂ ਅੱਖਾਂ ਦੇ ਸਾਹਮਣੇ ਉਹਦਾ 19 ਸਾਲਾ ਨੌਜਵਾਨ ਪੁੱਤ ਜਦੋਂ 300 ਤੋਂ ਵੱਧ ਫੱਟ ਖਾ ਕੇ ਧਰਤੀ ਤੇ ਲਾਸ਼ ਬਣ ਕੇ ਡਿੱਗਿਆ, ਬਾਪੂ ਦੇ ਨੇਤਰਾਂ ਵਿੱਚ ਕੋਈ ਅਥਰੂ ਨਹੀਂ ਸੀ। ਸ਼ੁਕਰਾਨੇ ਦੇ ਜਕਾਰੇ ਗਜਾਉਂਦਿਆਂ ਮੇਰੇ ਮਾਲਕ ਕਹਿੰਦੇ ਨੇ, ਸਾਬਾਸ ਪਿਸਰ ਕਿਆ ਖੂਬ ਲਰੇ। ਇੱਥੇ ਵਸ ਨਹੀਂ ਆ ਪਿਆਰਿਓ। ਭਾਰਤ ਦੀ ਹਿਸਟਰੀ ਮਾਣ ਕਰਦੀ ਹੈ ਰਾਣੇ ਸਾਂਘੇ ਦੇ ਉੱਪਰ। ਮੈਦਾਨੇ ਜੰਗ ਵਿੱਚ ਇਹਦੇ 82 ਫੱਟ ਲੱਗੇ ਸੀ। ਅਸੀਂ ਦੁਨੀਆ ਨੂੰ ਦੱਸ ਨਾ ਸਕੇ, ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਵੱਡੇ ਪੁੱਤ ਦੇ 300 ਤੋਂ ਵੱਧ ਫੱਟ ਲੱਗੇ। ਦੂਜਾ ਪੁੱਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ 14 ਸਾਲ 8 ਮਹੀਨੇ 17 ਦਿਨ ਦੀ ਉਮਰ ਗਲ ਵਿੱਚ ਪੱਲਾ ਪਾ ਕੇ ਆ ਗਿਆ। ਮੈਂ ਵੀ ਪਿਤਾ ਜੀ ਮੈਦਾਨੇ ਜੰਗ ਨੂੰ ਜਾਣਿਆ। ਥੋੜਾ ਜਿਹਾ ਆਪਣੇ ਤੇ ਲਾ ਕੇ ਵੇਖੀਏ ਨਾ ਗੱਲ। ਬਜ਼ੁਰਗੋ, 2 ਪੁੱਤ ਹੋਣ, 4 ਪੁੱਤ ਹੋਣ, 2 ਦਾ ਪਤਾ ਨਾ ਹੋਵੇ ਕਿੱਥੇ ਨੇ, ਇੱਕ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ ਹੋਵੇ। ਇਮਾਨਦਾਰੀ ਨਾਲ ਸੋਚੋ, ਕਿਹਾ ਤਾਂ ਜਾ ਹੀ ਸਕਦਾ ਸੀ ਨਾ ਕਿ ਪੁੱਤ ਤੂੰ ਰਹਿਣ ਦੇ। ਬੜੀਆਂ ਸ਼ਹਾਦਤਾਂ ਹੋ ਗਈਆਂ। ਪੁੱਤ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਐ, ਸ਼ਹੀਦੀਆਂ ਪੱਲੇ ਪਈਆਂ। ਸ਼ਹਾਦਤਾਂ ਹੀ ਸ਼ਹਾਦਤਾਂ। 9 ਵਰਿਆਂ ਦੀ ਉਮਰ 'ਚ ਮੈਂ ਬਾਪੂ ਨੂੰ ਸ਼ਹੀਦ ਕਰਵਾਇਆ ਤੇ ਹੁਣ ਤਾਂ ਟੱਬਰ ਵਿੱਚੋਂ ਸਿਰਫ ਤੂੰ ਬਚਦਾ ਹੈ। ਦੋਨੇ ਪਿਓ ਪੁੱਤ ਸੁੱਖ ਦੁੱਖ ਕਰਕੇ ਸਮਾਂ ਕੱਢ ਲਿਆ ਕਰਾਂਗੇ। ਇਕਲੌਤੇ ਬੱਚੇ ਪੁੱਤ ਨੂੰ ਗਲਵਕੜੀ 'ਚ ਲੈ ਕੇ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਿ ਮੇਰੇ ਕਲਗੀਆਂ ਵਾਲੇ ਨੇ ਥਾਪੜਾ ਦੇ ਦਿੱਤਾ। लो जाओ सिधारो तुम्हें अल्लाह को सौंपा, मरो या फिर मारो तुम्हें अल्लाह को सौंपा, सिक्खी को उबारो तुम्हें अल्लाह को सौंपा, खुदा को ना विसारो तुम्हें अल्लाह को सौंपा। वहां गुरु अब जंग की हिम्मत तुम्हें बख्शे, प्यासे हो जाते जाम शहादत तुम्हें बख्शे। इकलौते बचे पुत लई शहादत मंग रहे ने मेरे कलगियां वाले पातशाह। 2 पुत अखां दे सामने शहीद ने। आखिर आया रोब च पुतला सरबलोह दा, ओदी वीरता शान वखाण लगी। तीरा ओदियां गिठ गिठ जीव कड्डी, आकड़ ओस दी लैंड कमान लगी। सूकी बांग दमूही दे तेग ओदी, वट विच म्यान दे खान लगी। नीला हिणकिया बाज ने खंभ छड्डे, धरती कंब के होण हैरान लगी। प्यारियो, गुरु गोबिंद सिंह साहिब सच्चे पातशाह आप मैदाने जंग विच जूझण लई बिल्कुल तैयार बर तैयार ने। उसे वक्त खालसे ने हुक्म किया। हुक्म पातशाह इस गड़ी दे विच एक घड़ी भी लाउण दी आग्या नहीं। गोबिंद सिंह अज पंथ हुक्म दिंदा है, अजाई जान गवाउण दी आग्या। क्यों भला? कहंदे दातिया पासा असी कोई जग दा थमना नहीं, जे तू ना रिया शमशेर दूले मुड़ के दुनिया ते गोबिंद सिंह जमना नहीं। हुण मेरे कलगियां वाले पातशाह ने चमकौर दी गड़ी नूं छड्डण दा फैसला कीता। किरपा करके सुरत हाजर रखियो, महसूस करके वेखियो। जिस रस्तियों मेरे वाजा वाले पातशाह ने गुजरना है, उस रस्ते विच उन्हां दे 19 साले नौजवान पुत दी लाश पई है। महसूस करियो, अपने जवाकां वल ध्यान लेके जाओ थोड़ा जा।
ਪੌਣੇ 15 ਵਰਿਆਂ ਦੇ ਜੁਝਾਰ ਸਿੰਘ ਦਾ ਸਰੀਰ ਵੀ ਪਿਆ। ਸਿੱਖਾਂ ਦੇ ਮਨ ਵਿੱਚ ਇੱਕੋ ਹੀ ਖਿਆਲ ਹੈ ਕਿ ਜਦੋਂ ਆਪਣੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਨੇੜੇ ਪਹੁੰਚਣਗੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਰੁਕਣਗੇ ਕੁਝ ਵਕਤ, ਆਖਰ ਪਿਓ ਹੈ। ਸਿੱਖਾਂ ਦੀ ਹੈਰਾਨੀ ਦੀ ਕੋਈ ਵੀ ਹੱਦ ਨਾ ਰਹੀ। ਜਿਵੇਂ ਬਾਕੀ ਦੀਆਂ ਲਾਸ਼ਾਂ ਦੇ ਨੇੜਿਓਂ ਦੀ ਲੰਘੇ, ਉਸੇ ਰਫ਼ਤਾਰ ਨਾਲ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਗੱਭਰੂ ਪੁੱਤਾਂ ਦੇ ਸਰੀਰਾਂ ਦੇ ਨੇੜਿਓਂ ਦੀ ਅੱਗੇ ਨੂੰ ਵੱਧ ਗਏ। ਭਾਈ ਦਇਆ ਸਿੰਘ ਇੱਥੇ ਰੁਕ ਗਿਆ। ਉਹਦੀਆਂ ਲੱਤਾਂ ਦੇ ਵਿੱਚ ਤਾਂ ਜਿਵੇਂ ਹਿੰਮਤ ਨਾ ਰਹੀ ਅੱਗੇ ਵਧਣ ਲਈ। ਸਤਿਗੁਰੂ ਭਾਈ ਦਇਆ ਸਿੰਘ ਵੱਲ ਵੇਖਦੇ ਆ, ਬਿਲਕੁਲ ਚੁੱਪ ਹੈ, ਬੋਲਦਾ ਕੁਝ ਨਹੀਂ, ਮਨ ਭਰਿਆ ਹੋਇਆ। ਆਪਣੇ ਕਮਰ ਕੱਸੇ ਵਾਲਾ ਕੱਪੜਾ ਖੋਲ ਕੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਅੱਖਾਂ ਸਾਹਮਣੇ ਕਰੀ ਜਾਂਦਾ। ਦੂਜੇ ਪਾਸੇ ਤੱਕਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਤਾਂ ਪਿਆਰਿਓ ਭਾਈ ਮਾਨ ਸਿੰਘ ਵੀ ਬਿਲਕੁਲ ਖਾਮੋਸ਼ ਹੈ। ਉਹ ਵੀ ਆਪਣਾ ਕਮਰ ਕੱਸਾ ਖੋਲ ਕੇ ਕਲਗੀਆਂ ਵਾਲੇ ਨੂੰ ਦਿਖਾ ਰਿਹਾ। ਮੇਰੇ ਪਾਤਸ਼ਾਹ ਪੁੱਛਦੇ ਐ, ਬਈ ਸਿੰਘੋ ਇਹ ਕਮਰ ਕਸ਼ਾ ਕਮਰ ਨਾਲ ਬੰਨਣ ਦੀ ਥਾਂ ਤੇ ਮੇਰੀਆਂ ਅੱਖਾਂ ਸਾਹਮਣੇ ਕਿਉਂ ਕਰਦੇ ਹੋ? ਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਸਿੱਖਾਂ ਦਾ ਮਨ ਉਛਾਲਾ ਜਿਹਾ ਖਾ ਗਿਆ। ਦਾਤਿਆ, ਤੇਰੇ ਆਪਣੇ ਪੁੱਤ ਪਏ ਨੇ, ਸ਼ਹੀਦ ਹੋਏ, ਲੱਗਾ ਫਿਰੇ ਦਾਤਾ ਉਹ ਤੂੰ ਪਿੱਛੇ ਕਿਹੜੀ ਗੱਲ ਦੇ? ਪੁੱਤਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨਹੀਂ ਝੱਲਦੇ। ਜੇ ਕਿਸੇ ਹੋਰ ਕੱਪੜੇ ਦਾ ਪ੍ਰਬੰਧ ਨਹੀਂ ਹੁੰਦਾ, ਘੱਟੋ ਘੱਟ ਸਾਡੇ ਕਮਰ ਕੱਸੇ ਵਾਲੇ ਕੱਪੜਿਆਂ ਨੂੰ ਕਫਨ ਦੀ ਥਾਂ ਪਾ ਕੇ ਇੰਨੀ ਕੁ ਰਸਮ ਤਾਂ ਨਿਭਾ ਜੋ। ਮੇਰੇ ਪਾਤਸ਼ਾਹ ਦਾ ਜਵਾਬ ਹੈ, ਉਹ ਕਿਹੜੇ ਬੱਚਿਆਂ ਦੀ ਗੱਲ ਕਰਦੇ ਹੋ? ਇਹਨਾਂ ਲਾਲਾਂ ਤੋਂ ਪਿਆਰੇ ਆ ਵੀ ਮੇਰੇ ਲਾਲ ਨੇ, ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ। ਸਿੰਘੋ, ਮੇਰਾ ਦਿਲ ਕਰਦਾ ਸੀ ਕਿ ਮੈਦਾਨੇ ਜੰਗ ਵਿੱਚ ਜੂਝ ਕੇ ਮੈਂ ਵੀ ਇੱਥੇ ਸ਼ਹਾਦਤ ਦਾ ਜਾਮ ਪੀਂਦਾ, ਪਰ ਮੇਰੇ ਤੋਂ ਤੁਹਾਡਾ ਹੁਕਮ ਨਹੀਂ ਮੋੜਿਆ ਗਿਆ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ, ਕਹਿਣ ਲਖਵਾਰ ਮੈਨੂੰ, ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮੇਣਿਆਂ ਚੋਂ ਸਮਝਾ ਮਾਣ ਮਿਲਦਾ ਕਿ ਸੁਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਬੇਸ਼ੱਕ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਬਸ ਇੱਕੋ ਹੀ ਗੱਲ ਨਹੀਂ ਝੱਲੀ ਜਾਣੀ ਕਿ ਸਿੱਖਾਂ ਤੇ ਪੁੱਤਾਂ ਵਿੱਚ ਕਿੰਨਾ ਫਰਕ ਰੱਖਿਆ ਬਾਜਾਂ ਵਾਲੇ। ਅਹਿਸਾਸ ਕਰਿਓ, ਕਿਰਪਾ ਕਰਕੇ ਆਪਣੀ ਸੁਰਤ ਵਿੱਚ ਨਕਸ਼ਾ ਬਣਾਉਣ ਦੀ ਕੋਸ਼ਿਸ਼ ਕਰੋ। ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਪਈਆਂ ਤੇ ਮੇਰੇ ਵਾਜਾਂ ਵਾਲੇ ਨੇੜਿਓਂ ਦੀ ਅੱਗੇ ਨੂੰ ਵੱਧ ਰਹੇ ਨੇ। ਕਿਤੇ ਕੌਮ 'ਚ ਫੁੱਟ ਨਾ ਪੈ ਜਾਏ, ਕੌਮ 'ਚ ਵੰਡੀ ਨਾ ਪੈ ਜਾਏ। ਪੁੱਤਾਂ ਤੇ ਸਿੱਖਾਂ 'ਚ ਫਰਕ ਸਮਝ ਰਿਹਾ। ਇੰਨਾ ਫਿਕਰ ਕੀਤਾ ਪਾਤਸ਼ਾਹ ਤੁਸੀਂ ਕੌਮ ਦਾ, ਕਿਤੇ ਪੰਥ 'ਚ ਫੁੱਟ ਨਾ ਪੈ ਜੇ। ਆਪਣੇ ਗੱਭਰੂ ਪੁੱਤਾਂ ਦੀਆਂ ਲਾਸ਼ਾਂ ਤੇ ਕਫਨ ਵੀ ਨਹੀਂ ਪਾਇਆ। ਉਹ ਦਾਤਿਆ, ਅੱਜ ਵੇਖ ਤੇਰੇ ਪੰਥ ਦਾ ਹਾਲ,
तेरे ही पंथ दे बने ठेकेदार किवें चौधरां दे चक्कर विच आके पंथ नूं लीरो लीर करन लगे है। जिन्ने संत उन्ने पंथ, हर एक दी वखरी मर्यादा है। ईमानदारी नाल सोचिए, दो पुत अखां सामने शहीद, छोटियां दा सुनेहा रायकोट दी धरती ते मिलिया। नूरा माही ने दसिया सरहंद तो सुनेहा मिलिया कि लाल टुर गए, दोवें शहीद हो गए कि नौ निहाल टुर गए। सूबे ने कंधां दे विच पीड़ दिते ने, कोमल शरीर इट्टां दे विच नपीड़ दिते ने। ये गल सुन के सारी ओ मुस्कुरा के उठिया। उस पातशाह ने नूरे कोल आके पुछया, तू रूबरू से उथे, कोई गल ना लुकाई, तू सच्चो सच दसी, वेखी कहर ना कमाई। कोई हिंज ता ना केरी, कोई आ ता ना कड्डी, मेरे लाला ने उची किते साह ता ना कड्डी। तेसी दे नाल जद सट वजी सी करारी, मेरे फतेह ने उची किते चीक ता ना मारी। ए पुछण दा अंदाज भी बखरा सी, जेड़ा बजाया साज ओ बखरा सी। नूरिया मेरे छोटे पुत्तां दी शहादत बारे तां दस दिता, तेरा धन्नवाद सजना। उन्हां दे चेहरिਆਂ दा हाल भी सुना। नीहां विच खड़े किते घबरा तां नहीं गए सी, बहुत छोटियां सी उमरां, चेहरे उन्हां दे किते मुरझा तां नहीं गए सी। ए सुनदियां ही नूरा फुट फुट के रो पिया। दातिया मेरे तो उस वक्त दे हालात नहीं दसे जाते। हुबकी हुबकी होया, थथलाउंदी जी जवान नाल बस इन्ना ही कह सकिया, वो तो हस हस के शहीदियां पा गए। एहसास करियो प्यारियो, मैं किसी मजहब नूं नीमा दिखाउण दे भाव नाल गल नहीं कर रहा। दुनिया दी तवरीख नूं पढ़ के वेखिए। धन गुरु गोबिंद सिंह साहिब सच्चे पातशाह जी अपने पुत्तां नूं कुर्बान ना करदे तां दुनिया दी तवरीख विच कोई एक भी ऐसी मिसाल नहीं सी कि एक पैगंबर ने अपनी कौम दे लई अपने पुत्तां तक नूं शहीद करवाया होवे। हकीम मिर्जा अल्लाह यार खान दियां कुछ लाइनां मैं साझियां कर दिना। उदाहरणा दिंदा इस्लाम दे विचों। पहली उदाहरण इस्लाम दे विच होए ने याकूब ते यूसुफ। मेरी बेनती नूं थोड़ा जिहा ध्यान दिओ, जिहड़ा मोह है ना जी, मोह, धन गुरु ग्रंथ साहिब पातशाह ने इहनूं अजित दसिया। जिहड़े बंदे किसे तो नहीं ना हारदे, वो मोह दे अगे गोडे टेक लैंदे आ। धन गुरु अर्जन साहिब दा बचन है, हे अजित सूर संग्रामं अत बलना बहु मर्दने, गण गंधर्व देव मानोख्यं पश पंखी विमोहने, हर करण हारं नमस्कारं शरण नानक जगदीश्वरा। इस्लाम दे विच होए ने याकूब ते यूसुफ। याकूब प्यो है, यूसुफ पुत है। इस्लाम दा पवित्र ग्रंथ कुरान, कुरान दे विच सूरा यूसुफ है। ਉਹਦੇ ਵਿੱਚ बड़ा डिटेल च जिक्र है। पुत दे विछोड़े विच प्यो रो रो के अन्ना हो गया सी। दूजी घटना ਤੁਹਾਨੂੰ ਸਾਰਿਆਂ ਨੂੰ पता, ਜਦੋਂ रामचंद्र जी अपना घर छड्डदे आ ना, हालांकि परिवार के दो मैंबर उन्हां दे नाल ने उस वक्त, उन्हां दा सगा भरा, उन्हां दी अपनी पत्नी। 14 साल बाद वापस मुड़न दी उम्मीद है।
ਵਾਪਰ ਤਾਂ ਕਿਤੇ ਵੀ ਕੁਝ ਸਕਦਾ, ਪਰ ਇੱਕ ਉਮੀਦ ਤਾਂ ਹੈ ਕਿ 14 ਸਾਲਾਂ ਬਾਅਦ ਆਵੇਗਾ। ਪਰ ਇਹ ਗੱਲ ਝੱਲੀ ਨਹੀਂ ਜਾ ਰਹੀ। ਉਹਨਾਂ ਦੇ ਪਿਤਾ ਤੋਂ ਦਸ਼ਰਥ ਛਾਲ ਮਾਰ ਦਿੰਦਾ। ਸ਼੍ਰੀ ਕ੍ਰਿਸ਼ਨ ਜੀ ਦਾ ਆਪਣਾ ਪੁੱਤ ਕੋਈ ਨਹੀਂ ਮੈਦਾਨੇ ਜੰਗ ਦੇ ਵਿੱਚ। ਹਜ਼ਰਤ ਮੁਹੰਮਦ ਸਾਹਿਬ ਦੀ ਇੱਕ ਬੇਗਮ ਮਰੀਮ ਹੋਈ ਆ। ਜਦੋਂ ਇਹਦਾ 6 ਮਹੀਨੇ ਦਾ ਬੱਚਾ ਚੜ੍ਹਾਈ ਕਰ ਗਿਆ, ਇਸਲਾਮ ਦੇ ਬਾਨੀ ਦੀ ਦਾੜੀ ਅਥਰੂਆਂ ਨਾਲ ਭਿੱਜ ਗਈ ਸੀ। ਨੈਪੋਲੀਅਨ ਨੂੰ ਬੜਾ ਵੱਡਾ ਜਰਨੈਲ ਮੰਨਿਆ ਜਾਂਦਾ ਹੈ। ਜਦੋਂ ਮੈਦਾਨੇ ਜੰਗ ਵਿੱਚ ਇਹਦਾ ਇੱਕ ਵੱਡਾ ਬਹਾਦਰ ਚੜ੍ਹਾਈ ਕਰ ਗਿਆ, ਨੈਪੋਲੀਅਨ ਕੀਰਨੇ ਪਾਉਣ ਲੱਗ ਗਿਆ ਸੀ। ਬੜੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਨ੍ਹਾਂ ਨੂੰ ਅਸੀਂ ਪਿਤਾ ਕਹਿੰਦੇ ਆ ਆਪਣਾ, याकूब को यूसुफ के बिछड़ने ने रुलाया। याकूब प्यो है, यूसुफ पुत्र है, ध्यान दें। याकूब को यूसुफ के बिछड़ने ने रुलाया। साबर कोई कम है ऐसा रसूलों में आया। कटवा के पिसर चारे एक आंसू ना गिराया। रुतबा गुरु गोबिंद ने ऋषियों का बढ़ाया। दंडक में फिरे राम तो सीता थी बगल में। वो फखर जहां हिंद की माता थी बगल में। लक्ष्मण सा बिरादर पे तस्कीन जिगर था। सीता सी पति भरत से बन राम को घर था। बाकी है कन्हैया। कन्हैया क्या? कृष्ण। बाकी है कन्हैया तो नहीं उनका पिसर था। श्री कृष्ण का अपना पिसर पुत्र कोई नहीं मैदाने जंग। अर्जन का कदे निशाना नहीं खुंजदा, पर जदों अभिमन्यु की मौत होंदी है, एक बारी अर्जन के हत्थों चों हथियार डिग पैंदे। बाकी है कन्हैया तो नहीं उनका पिसर था। सच है गुरु गोबिंद का रुतबा ही दिगर था। दिगर कहंदे है वखरा। कहंदे गुरु गोबिंद सिंह पातशाह दा रुतबा ही वखरा है। कोई मिसाल नहीं दी जा सकती कि गुरु गोबिंद सिंह फलाने वर्गे होए है या फलाना गुरु गोबिंद सिंह वर्गा होया। इस मुस्लिम लिखारी ने एक होर खरी गल लिख दी। कहंदा कटवा दिए शिष्य शाम ने गीता को सुनाकर। रूह फूक दी गोबिंद ने औलाद कटाकर। एहसास करिए धन गुरु गोबिंद सिंह साहिब पातशाह जिन्हां बारे ये लिखारी लिखदा है। जोगी अल्लाह यार खान ने सौखे नहीं बोल लिखे। मैं हुण वो सारा मेरा प्लान रह ही गया ना। अज बहुत औखा सी जदों जोगी अल्लाह यार खान ने ये लाइनां लिखियां। वक़्त दे इस्लाम दे ठेकेदार सारे तड़फुठे सी। कहंदे मुस्लिम हो के गुरु गोबिंद सिंह दी वडियाई। उन्होंने इस्लाम चो कढ़ता सी इन्हां नूं, ते बाद विच सुनेहे भी दिंदे रहे कि एक बार तुसीं माफी मंग लो कि मेरे तो भुलेखे नाल गलती नाल लिखिया गया, ते फिर तुहानूं इस्लाम च वापस लै लवांगे। ये सौखा काम नहीं हुंदा मेरे वीरो, ध्यान दिओ। शरीका कबीला सारा अगले दा बोलणों हट जाए, बोलणों हट जाए सारा, पर नहीं 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 इन्ने डट गए उस वक्त। एहसास करियो। आपां भी लिखाया ट्रालियां ते मेरा रुस्से ना कलगियां वाला जग भावें। बोलो जी जग भावें। कृपा करियो ध्यान दिओ। लिखाया ना मेरा रुस्से ना कलगियां वाला जग भावें। आवाज नहीं आ रही। जग भावें लिखाउने आ ना। ते मैं तुहानूं हथ बन के पुछांगा, जवाब दिओ। जदों असी कलगियां वाले ने तो सानू आग्या भई अकाल की तबै चलायो पंथ सब सिखन को हुक्म है गुरु मान्यो। गुरु ग्रंथ साहिब दे लड़दा आया।
जवाब दे दिओ इत्थे ही कि जदों असीं गुरु ग्रंथ साहिब दा दर छड्ड के कबरां जंडां खड्डां ते अपने मत्थे रगड़दे होने आ, कलगियां वाले खुश होंदे होणगे उदों। जदों गुरु दा दर छड्ड के पखंडियां दे गिट्टियां च नगर रगड़दे आ नक, गुरु गोबिंद सिंह खुश होंदे होणगे उदों। बोलो जी। जिस गुरु ग्रंथ साहिब दे लड़ लाया ओ गुरु दिया सिखा उस गुरु दी बेअदबी अंक खिलार देवे कोई पंजाब दी धरती ते, खुश होंदे होने गुरु गोबिंद सिंह। सोचो ठंडे दिमाग, चैलेंज करके मैं कोई पॉलिटिकल गल नहीं कर रहा। और चप्पणी च नक डोब के मर नहीं जाना चाहिए उन्हां लोकां नूं जिहड़े कहंदे कि श्री गुरु ग्रंथ साहिब दी हजूरी च वेखियो किते बेअदबी दी गल ना कर जिओ। क्यों? आप पंजाब दे नलैक लाणेदार इन्हां चों एक धिर कहंदी है जून 1984 नूं भुल जाओ, ते दूजे आ नलैक गदार डोगरे कहंदे आ कि बेअदबी नूं भुल जाओ। ये भुलण वालियां गल्लां? मैनूं दस्सिओ गुरु गोबिंद सिंह खुश होंदे होणगे 2007 दे विच जदों स्वांग रचिया सौदा साध ने 2012 दियां विधान सभा चोणां तो 5 दिन पहला कैंसलेशन रिपोर्ट किने पवाई सी? 2014 तक जदों चलान पेश नहीं किया, जेड़ा सौदा साध साडे गुरु गोबिंद सिंह पिता दी नकल कर रहा है। प्यारिओ, जेड़े सौदा साध नूं साडे ਜਿਹੜੀਆਂ ਸਾਧਵੀਆਂ ਮੇਰੀਆਂ ਭੈਣਾਂ ਇੱਥੇ ਬੈਠੀਆਂ ਮਾਵਾਂ ਧਿਆਨ ਨਾਲ ਸੁਣਿਓ ਇਸ ਗੱਲ ਨੂੰ, ਮੈਂ ਕਹਿਣਾ ਨਹੀਂ ਸੀ ਗੱਲ ਚੱਲ ਪਈ। ਮੇਰੀਓ ਭੈਣੋ, ਆਪਾਂ ਪਰਿਵਾਰਾਂ ਵਾਲਿਆਂ ਬਜ਼ੁਰਗੋ, ਜਿਸ ਭੈਣ ਨਾਲ ਇਹੋ ਜਿਹਾ ਕੁਕਰਮ ਹੋਇਆ ਹੋਵੇ ਸਲੂਟ ਕਰਨਾ ਬਣਦਾ ਉਹਨਾਂ ਭੈਣਾਂ ਨੂੰ ਕਿ ਉਹਨਾਂ ਨੇ ਠੋਕ ਕੇ ਅਦਾਲਤ 'ਚ ਗਵਾਹੀ ਦਿੱਤੀ, ਠੋਕ ਕੇ ਲੜਾਈ ਲੜੀ ਉਹ ਬੀਬੀਆਂ ਨੇ। सीमित साधन होंदियां ओनू जेल च पहुंचाया। छत्रपति जी दे परिवार ने लड़ाई लड़ी, रणजीत सिंह दे परिवार ने लड़ाई लड़ी कि सिख कौम तो ज्यादा मजबूत सीगे वो परिवार, पर साडी कौम नू 2007 वाला केस बिना लड़े हरवाया वो किन्ना ने? जेड़े पंथ दे नां दी वोटां बटोरदे रहे। सोचो, जदों ओदा असी वाल विंगा ना कर सके, ओदा इन्ना हौसला पै गया कि चैलेंज करके धन गुरु ग्रंथ साहिब जेड़ा पूरी मानवता दा गुरु है उन्हों चैलेंज करके अंक अंक खिलारिया गया, अंक अंक खिलरिया। उस तो बाद आ दूजे आए, वो कहते इंसाफ देंगे, वो भी ड्रामे करन लग पे, तो इन्हां दे राज भी थां थां बेअदबियां हो रही हैं। एहसास करियो, पढ़दे हैं ना मेरा रुस्से ना कलगियां वाला। मैनू दसो कि कलगियां वाले साडे ते खुश होंदे होणगे जिवें थां थां बेअदबियां हो रही हैं पंजाब दी धरती ते, सैकड़ियां दे हिसाब नाल, सैकड़ियां दे हिसाब नाल। आ जड़े छोटे छोटे जे चमचे आ ना लीडरां दे, ओ गुरु गोबिंद सिंह पातशाह दे दोखी क्यों बनदे हो? गुरु ग्रंथ साहिब दे दोखी क्यों बनदे हो? ईमानदारी अपने अंदर लेके आओ। गुरु ही सारियां बख्शां करदा। वेखियो किते गुरु नाल मत्था ना ला लियो। जिन्हां ने लाया उन्हां दा कख रिहा नहीं। इंदिरा तो बहुत बड़ी पावर च सी, इंदिरा दे मुकाबले मोदी कुछ नहीं हैगा, वो तो बड़ी पावर च सी। ना लाओ गुरु नाल मत्था, ये बड़ा बुरी तरह फुटेगा, फिर बड़ा बुरी तरह फुटदा। फिर
ਤੁਸੀਂ ਵੇਖੋ ਕਿਵੇਂ मैं गल उत्थे लैके आवां आपां भी कहने मेरा रुस्से ना कलगियां वाला जदों सिखां दे घरां विच आनंद कारज दे वक्त विआह वर्गियां खुशियां दे वक्त शराबां दे दौर चलदे ऐ मैनूं दसो कलगियां वाले खुश हुंदे होणगे उदों जदों सिख भरूण हत्या कराउंदे आ गुरु गोबिंद सिंह खुश हुंदे होणगे उदों ईमानदारी नाल सोचो कहने असी पर मैं तां तुहाडे नाल गल करन लगिया कि उस मुस्लिम वीर ने तां ये लाइन नूं प्रैक्टिकली जिउया कि मेरा रुस्से ना कलगियां वाला जग भावें सारा रुस जे जोगी अल्लाह यार खां गुरु गोबिंद सिंह दी वडियाई करदा होया कहंदा ओ सच्चे पातशाह तेरे वर्गा सबर नहीं कोई इस धरती ते कर सकदा किस सबर से हर एक कड़ी तूने उठाई किस शुक्र से हर चोट कलेजे पे है खाई वालिद को कटाया कभी औलाद कटाई की फिक्र में फाके में हजारों से लड़ाई मेरे नौजवान भरावो मेरियो भैनों बुजुर्गो गुरु गोबिंद सिंह ने जिन्ना मान सत्कार प्यार सानू दिता ना ये दुनिया के किसी रहबर ने नहीं दिता इंसाफ करे जी में जमाना तो यकीन है कह दो गुरु गोबिंद का सानी ही नहीं है जे प्यार मुरीदों से जे सफकत भी कहीं है भक्ति में गुरु अर्श संसार जमी है उल्फत के जे जज्बे नहीं देखे कहीं हमने है देखना एक बात सुने भी नहीं कहीं हमने इन्ना प्यार मोहब्बत सरवंस वार के पुत वार के जिथों मैं गल शुरू की सी जे मां ने पूछया किथे ने चार पुत मेरे बाजा वाले ने जवाब दे दिता इन पुत्रन के बोलो जी इन पुत्रन के वार दिए सुत चार मुए तो क्या भया जीवत ये जड़े कई हजार जिउंदे आ ना इन्हां कई हजारां विच गिणती सिर्फ उन्हां दी हुंदी है जिन्हां दी सोच उन्हां चारां नाल मिलदी होवे इसलिए आपां अज एक प्रण करिए कि सतगुरु श्री गुरु ग्रंथ साहिब सच्चे पातशाह दे सिख बन के गुरु गोबिंद सिंह पातशाह दे लायक पुत धीआं बन के खंडे की पहल छक के समाज विच विचरिए गुरु दे बन के रहिए पार्टियां जेड़ी मर्जी तुरे फिरो किसी ने कुछ नहीं करना तबाह करता पंजाब गुरुआं दे नां ते वसन तबाह की हालात पंजाब दी किसानी दे इकल्ला सेंटर दोषी नहीं मैनू माफ करियो जेड़े हालात बने हैं ये पंजाब दे जेड़ी कमांड करने वाले इन्हां दियां भी नलैकियां ने इन्हां दियां भी नाल सहमतियां ने सारियां कानून रद्द होए है किरतियां दी जित हुई है गुरु दी बख्शिश है पर यह होछेपन चाउण वाली गल कोई नहीं बड़ा गंभीर होने का टाइम है तुसी इहो जे बंदे दा नक मोड़िया जेड़ा कहंदा सी मोदी है तो मुमकिन है बिल्कुल सिख मैनू लगदा उस तरह रड़कण लगे होने जिवें एमरजेंसी दी विरोधता पंजाब चों उठी सी इंदिरा खिलाफ भावें पूरे देश वास्ते एमरजेंसी पर विरोधता पंजाब चों उठी क्यों क्योंकि गुरु नानक ने बाबर नूं ओदे मूंह ते जावर कह के साडे अंदर एक स्पिरिट भरी है कि हुक्मरान जिन्ना मर्जी पावरफुल होवे जे ओ गलत करदा ते साडे बाबे ने कहा कल काती राजे कसाई धर्म पंख कर उडरिया कूड़ अमावस सच चंद्रमा दीसा नाही कह चढ़िया हो भाल विकुन्नी होई आधेरा राना कोई इसे नूं भाई गुरदास जी ने लिखिया कल आई कुत्ते मुही खाज हुआ मुर्दार गुसाई राजे पाप कमावदे उल्टी वाड़ खेत को खाई ओ वाड़ उदों भी खेत नूं खा रही सी ते वाड़ अज भी खेत नूं बोलो जी खा रही है राजे सी मुकदम कुत्ते अज दे भी तां राजे वगियाड़ बने हुए आ इन्हां दे छोटे छोटे मंत्री जिहड़े कुत्ते बने हुए आ
ਤੇ ਜਿਹੜੀਆਂ ਛੋਟੇ ਛੋਟੇ ਅਹਿਲਕਾਰ ਹੈ, ਛੋਟੇ ਛੋਟੇ ਚਮਚੇ ਜੇ ਜਿਹੜੇ ਉਹੀ ਨੇ ਪਿੰਡਾਂ ਵਾਲੇ ਵੀ ਸਾਡਾ ਜੀ ਮਿਨਿਸਟਰ, ਇਹਨਾਂ ਨੂੰ ਮੈਂ ਕਈ ਚਮਚਿਆਂ ਨੂੰ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਿਨ੍ਹਾਂ ਦੀਆਂ ਚਮਚੀਆਂ ਮਾਰਦੇ ਹੋ ਉਹ ਤੁਹਾਨੂੰ ਨਹੀਂ ਜਾਣਦੇ। ਮੈਂ ਚਮਚੀ ਵੀ ਨਹੀਂ ਮਾਰਦਾ ਤੇ ਮੈਨੂੰ ਜਾਣਦੇ ਆ। ਅਹਿਸਾਸ ਕਰ। ਪਾਤਸ਼ਾਹ ਨੇ ਕਿਹਾ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹੀਂਦਾ ਪਾਇਨ ਘਾਓ ਰਤ ਪਿਤ ਕੁੱਤਿਓ ਝਟ ਜਾਓ। ਇਸ ਲਈ ਪਿਆਰਿਓ ਨੋਟ ਕਰਿਓ ਗੁਰੂ ਨਾਨਕ ਦੀ ਵਿਚਾਰਧਾਰਾ, ਇਹੀ ਵਿਚਾਰਧਾਰਾ ਨੇ ਸਰਪ੍ਰਸਤੀ ਕੀਤੀ ਕਿਸਾਨੀ ਅੰਦੋਲਨ ਦੀ, ਕੋਈ ਮੰਨੇ ਭਾਵੇਂ ਨਾ ਮੰਨੇ। ਇਸੇ ਵਿਚਾਰਧਾਰਾ ਨੇ ਸਰਪ੍ਰਸਤੀ ਕੀਤੀ, ਇਸੇ ਕਰਕੇ ਪੰਜਾਬ ਨੇ ਕਮਾਂਡ ਕੀਤੀ, ਸਾਰਿਆਂ ਨੇ ਸਹਿਯੋਗ ਦਿੱਤਾ, ਕਿਰਤੀਆਂ ਦੀ ਜਿੱਤ ਹੋਈ। ਪਰ ਅਸੀਂ ਰੜਕਣ ਤਾਂ ਬਹੁਤ ਜ਼ਿਆਦਾ ਲੱਗੇ ਹੋਵਾਂਗੇ ਨਾ ਹੁਕਮਰਾਨਾਂ ਦੀਆਂ ਅੱਖਾਂ 'ਚ। ਬਹੁਤ ਗੰਭੀਰ ਹੋਣ ਦਾ ਟਾਈਮ ਹੈ। ਪੰਜਾਬ ਅੱਜ ਵੀ ਸਿਰਫ ਤੇ ਸਿਰਫ ਕਿਸਾਨੀ ਨੂੰ ਪਤਾ ਕੀ ਮਿਲਿਆ? ਵੈਂਟੀਲੇਟਰ। ਸਮਝ ਰਹੇ ਹੋ? ਵੈਂਟੀਲੇਟਰ, ਜਦੋਂ ਮਰੀਜ਼ ਬਹੁਤ ਜ਼ਿਆਦਾ ਸੀਰੀਅਸ ਹੋ ਜਾਏ ਕਹਿੰਦੇ ਵੈਂਟੀਲੇਟਰ ਤੇ ਪਾ ਦਿਓ, ਹੈਨਾ। ਅੱਜ ਵੀ ਦੇਸ਼ ਦੇ ਅੰਦਰ 24 ਘੰਟਿਆਂ 'ਚ 47 ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਆ ਪੂਰੇ ਦੇਸ਼। ਉਹ ਹੁਣ ਮੈਂ ਵਿਸਥਾਰ 'ਚ ਨਹੀਂ ਜਾਂਦਾ। ਅੱਜ ਵੀ ਹਾਲਾਤ ਬੜੇ ਖਤਰਨਾਕ ਹੈ। ਇਹ ਤਾਂ ਜਿਹੜਾ ਵੈਂਟੀਲੇਟਰ ਸੀ ਉਹ ਖੋਲਿਆ ਸੀ ਤੁਹਾਡੇ ਤੋਂ, ਉਹ ਵੈਂਟੀਲੇਟਰ ਵਾਪਸ ਦਿੱਤਾ ਕਿ ਚਲੋ ਸਾਹ ਚੱਲਦਾ ਰਹਿ ਗਿਆ, ਬਸ ਇੰਨੀ ਗੱਲ ਹੀ ਹੋਈ ਹੈ, ਤੋਂ ਵੱਧ ਕੁਝ ਨਹੀਂ ਚਾਹੀਦਾ। ਇਸ ਲਈ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਜਵਾਨੀ, ਆ ਹੁਣ ਇਲੈਕਸ਼ਨ ਦਾ ਟਾਈਮ ਹੋਣਾ, ਤੁਸੀਂ ਆਪਣਾ ਜਾਇਜ਼ 2 ਲੱਖ ਰੁਪਈਆ ਲੈ ਕੇ ਇੱਥੋਂ ਬਾਗੇ ਪੁਰਾਣੇ ਤੱਕ ਵੀ ਨਹੀਂ ਜਾਣ ਸਕਦੇ। ਕਹਿੰਦੇ ਚੋਣ ਜਾਬਤਾ ਲੱਗੇ ਹੁੰਦੇ ਨੱਕੇ ਥਾਂ ਤਾਂ ਬਈ ਨਸ਼ਾ ਇੰਨੇ ਬਾਰਡਰ ਇੰਨੇ ਨਾਕੇ ਪਾਰ ਕਰਕੇ ਘਰੋਂ ਘਰੀ ਕਿਵੇਂ ਪਹੁੰਚ ਰਿਹਾ? ਮੇਰੇ ਨੌਜਵਾਨ ਭਰਾਵੋ ਸੰਭਲ ਜੋ। ਇਹੋ ਜਿਹੇ ਨਸ਼ੇ ਲਿਆਂਦੇ ਆ, ਉਹਨਾਂ ਨੇ ਤੁਹਾਡੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਵੇਖ ਲਿਆ, ਬਹੁਤ ਕੁਝ ਕਰ ਲਿਆ, ਤੁਸੀਂ ਖਤਮ ਨਹੀਂ ਹੁੰਦੇ। ਹੁਣ ਤੁਹਾਨੂੰ ਨਸ਼ੇ ਇਹੋ ਜਿਹੇ ਦੇਤੇ ਕਿ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਜੰਮਣ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਆਪ ਮਾਰ ਰਹੇ ਹੋ। ਸਮਝ ਗਏ ਇਹਦਾ ਮਤਲਬ ਤਾਂ ਸਾਰੇ? ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ ਤੇ ਪੰਜਾਬ ਦਾ ਬੁਢਾਪਾ ਕੀ ਹਾਲਾਤ ਨੇ? ਪੋਲਿਊਸ਼ਨ ਆ ਸਾਡੇ ਸਬਜੈਕਟ ਨੇ, ਵਿਸ਼ੇ ਨੇ ਸਾਡੇ ਗਰਾਊਂਡ ਤੇ। ਆਪਣੇ ਅੰਦਰ ਅਣਖ ਪੈਦਾ ਕਰੋ। ਗੁਰੂ ਗੋਬਿੰਦ ਸਿੰਘ ਨੇ ਪੁੱਤ ਵਾਰ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਸਾਨੂੰ ਵੰਡਣਾ ਸਿਖਾਇਆ। ਅਸੀਂ ਮੰਗਤੇ ਨਹੀਂ ਆ, ਮੰਗਤੇ ਨਹੀਂ। ਨੌਕਰੀ ਦਿਓ, ਨਸ਼ਾ ਨਹੀਂ ਚਾਹੀਦਾ। ਕੰਮ ਦਿਓ, ਕਣਕ ਨਹੀਂ ਚਾਹੀਦੀ। ਕਿੱਦਾਂ ਗੱਲਾਂ ਹੁੰਦੀਆਂ? ਕੋਈ ਕਹਿੰਦਾ ਇੰਨੇ ਪੈਸੇ ਦੇ ਦਾਂਗਾ ਮੈਂ, ਬੀਬੀਆਂ ਨੂੰ ਦੇਵਾਂਗਾ, ਇੰਨੇ ਪੈਸੇ ਉਹਨਾਂ ਨੂੰ ਦੇ ਦੇਵਾਂਗਾ। ਕੀ ਮੰਗਦੇ ਅਸੀਂ? ਫੋਰਨ ਕੰਟਰੀਆਂ ਦੇ ਵਿੱਚ ਜਿਹੜੇ ਭੈਣ ਭਰਾ ਸੁਣ ਵੀ ਰਹੇ ਹੋਣੇ ਲਾਈਵ, ਉੱਥੇ ਆਪਣੇ ਬੰਦਿਆਂ ਨੇ ਇੰਨੀਆਂ ਤਰੱਕੀਆਂ ਕਰ ਲੀਆਂ, ਮੈਂ ਵਿਸਤਾਰ 'ਚ ਨਹੀਂ ਜਾਂਦਾ। ਪਰ ਜਿਹੜੇ ਉੱਥੋਂ ਦੇ ਮੂਲ ਵਸਿੰਦੇ ਐ, ਉਹਨਾਂ ਦੀ ਹਾਲਤ ਇੰਨੀ ਤਰਸਯੋਗ ਕਿਉਂ ਹੈ ਭਲਾ? 80% ਤੋਂ ਵੱਧ ਮੰਗਤੇ ਉਹ ਕਿਉਂ ਬਣੇ ਹੋਏ ਨੇ ਜਿਹੜੇ ਉਹ ਧਰਤੀ ਦੇ ਮਾਲਕ ਨੇ? ਕਿਉਂਕਿ ਉੱਥੋਂ ਦੀਆਂ ਹਕੂਮਤਾਂ ਨੇ ਵੀ ਉਹਨਾਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨਸ਼ੇ ਦੇ ਰੂਪ 'ਚ ਤੇ ਖਾਣ ਪੀਣ ਦੇ ਰੂਪ 'ਚ। ਜਦੋਂ ਬੰਦੇ ਨੂੰ ਨਸ਼ਾ ਮਿਲ ਗਿਆ, ਖਾਣ ਪੀਣ ਨੂੰ ਮਿਲ ਗਿਆ, ਉਹ ਕੰਮ ਕਰਦਾ ਨਹੀਂ, ਉਹਨਾਂ ਦੀ ਐਵਰੇਜ ਉਮਰ ਵੀ ਘੱਟ ਹੈ ਦੂਜਿਆਂ ਨਾਲੋਂ। ਸਾਰੇ ਅੰਕੜੇ ਡਿਟੇਲ 'ਚ ਨਹੀਂ ਜਾ ਰਹੇ। ਇਸ ਲਈ ਆਪਣਾ ਇੱਕੋ ਹੀ ਹੱਲ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਿੱਖ ਬਣ ਕੇ ਸਮਾਜ 'ਚ ਵਿਚਰੀਏ। ਤੇ ਆ ਜਿਹੜੇ ਮਿਨਿਸਟਰ ਤੁਰੇ ਫਿਰਦੇ ਆ, ਇਹ ਮਹਾਨ ਨਲਾਇਕ ਬੰਦੇ ਆ। ਇਹਨਾਂ ਦੀਆਂ ਨਲਾਇਕੀਆਂ ਕਰਕੇ ਹਾਲਾਤ ਇਸ ਕਿਸਮ ਦੇ ਬਣਨ ਜਾ ਰਹੇ ਆ ਕਿ ਪੰਜਾਬ ਦੇ ਵਿੱਚੋਂ ਪੰਜਾਬੀ ਨੌਜਵਾਨ ਲੱਭਣਾ ਔਖਾ ਹੋ ਜਾਣਾ ਆਉਣ ਵਾਲੇ ਸਮੇਂ 'ਚ। ਜਿਵੇਂ ਸਿਸਟਮ ਦੇ ਸਤਾਏ ਜਾ ਰਹੇ ਆ ਸਾਰੇ ਵਾਰ, ਬਹੁਤ ਸੰਭਲਣ ਦੀ ਲੋੜ ਹੈ। ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ
ਪੁੱਤ ਵਾਰ ਕੇ ਸਾਨੂੰ ਆਪਣੀ ਗੋਦੀ 'ਚ ਬਿਠਾਇਆ ਤੇ ਅਸੀਂ ਸਵੈ ਪੜਚੋਲ ਕਰੀਏ ਕਿ ਅਸੀਂ ਅੱਜ ਉਹਨਾਂ ਦੀ ਗੋਦੀ 'ਚ ਬੈਠੇ ਹਾਂ ਜਾਂ ਨਹੀਂ ਬੈਠੇ। ਉਹਨਾਂ ਦੀ ਗੋਦੀ 'ਚ ਬੈਠੀਏ ਔਰ ਗੁਰੂ ਦੀ ਗੋਦੀ ਛੱਡ ਕੇ ਇੱਧਰ ਉੱਧਰ ਜਾਵਾਂਗੇ, ਧੂੜ ਧੁੱਪ ਧੱਕਿਆਂ ਤੋਂ ਬਿਨਾਂ ਕੱਖ ਵੀ ਸਾਡੇ ਪੱਲੇ ਨਹੀਂ ਪੈਣਾ। ਸਤਿਗੁਰ ਰਹਿਮਤ ਕਰਨ, ਗੁਰੂ ਵਾਲੇ ਬਣ ਕੇ ਸਮਾਜ ਦੇ ਵਿੱਚ ਵਿਚਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਲਈ ਮਾਫੀ। ਤੁਹਾਡਾ ਸਾਰੇ ਭੈਣ ਭਰਾਵਾਂ ਦਾ, ਵੀਰ ਬਜ਼ੁਰਗਾਂ ਦਾ ਬਹੁਤ 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 ਧੰਨਵਾਦ। ਇਸ ਨਗਰ ਦਾ ਸਾਰੇ ਨਗਰ ਨਿਵਾਸੀਆਂ ਨੇ, NRI ਭਰਾਵਾਂ ਨੇ, ਸਭ ਨੇ ਸਹਿਯੋਗ ਦਿੱਤਾ। ਔਰ ਮੈਨੂੰ ਜਿਹੜੀ ਤਸੱਲੀ ਹੋਈ ਉਹ ਇੱਥੋਂ ਦੇ ਨੌਜਵਾਨ ਭਰਾ, ਨੌਜਵਾਨ ਵੀਰ, ਸਾਰੀ ਇੰਨੇ ਸਿਆਣੇ ਸੂਝਵਾਨ ਟੀਮ ਹੈ ਨਾ, ਇਹ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਤੇ ਜਿਹੜੀਆਂ ਮੈਂ ਆ ਗੱਲਾਂ ਕੀਤੀਆਂ ਨਾ, ਕੋਈ ਮੇਰਾ ਵੀਰ ਇਹਨਾਂ ਨੌਜਵਾਨਾਂ ਨੂੰ ਨਾ ਕਹੇ ਵੀ ਕੀ ਕਹਿ ਗਿਆ। ਮੈਂ ਇਹ ਗੱਲ ਸਵੇਰੇ ਬਠਿੰਡੇ ਕਹੂੰਗਾ, ਅੱਜ ਸਵੇਰੇ ਇੱਥੇ ਕਹਿ ਕੇ ਆਇਆ ਤੁਹਾਡੇ ਬੁੱਕਣ ਵਾਲੇ, ਕੱਲ ਨੂੰ ਸੰਗਰੂਰ ਵੀ ਇਹ ਗੱਲਾਂ ਕਰਨੀਆਂ। ਮੈਂ ਤਾਂ ਰੋਜ਼ ਇਹ ਗੱਲਾਂ ਕਰਦਾ। ਕਈ ਵਾਰੀ ਹੁੰਦਾ ਜੀ ਇਹਨਾਂ ਤੇ ਆ ਕੇ ਐਂ ਕਹਿ ਗਏ, ਐਂ ਕਹਿ ਗਏ, ਐਂ ਊਂ ਦੀ ਕੋਈ ਗੱਲ ਨਹੀਂ ਹੈ। ਇਹ ਸੱਚੀ ਗੱਲ ਕਿਸੇ ਨੂੰ ਤਾਂ ਠੋਕ ਕੇ ਕਰਨੀ ਓ ਪੈਣੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਹਿਰੇਦਾਰੀ ਪੱਕੀ ਕਰੋ, ਗੁਰਦੁਆਰਿਆਂ 'ਚ ਪਰਮਾਨੈਂਟ ਪਹਿਰੇਦਾਰ ਹੋਣ। ਨਹੀਂ ਆਪਣਾ ਫੈਸਲਾ ਕਰ ਲਓ ਪਿੰਡ ਪੱਧਰ ਤੇ। ਜੇ ਪਰਮਾਨੈਂਟ ਪਹਿਰੇਦਾਰ ਨਹੀਂ, ਕੋਈ ਕਮੀ ਹੈ ਪੈਸੇ ਦੀ, ਤਾਂ ਕੋਈ ਹੋ ਜਾ ਫੈਸਲਾ ਦੇਖ ਲਓ ਕਿ ਭਾਈ ਕਿੰਨੇ ਤੋਂ ਕਿੰਨੇ ਦਰਬਾਰ ਸਾਹਿਬ ਖੁੱਲਾ ਰੱਖਣਾ। ਪਰ ਅਸੀਂ ਸਾਡੀਆਂ ਕਮੀਆਂ ਹੋਣ ਕਰਕੇ ਜਿੱਥੇ ਜੀ ਕਰਦਾ ਕੋਈ ਅੰਕ ਪਾੜ ਕੇ ਸੁੱਟ ਜਾਂਦਾ, ਕੋਈ ਤੇਲ ਪਾ ਕੇ ਅੱਗ ਲਾ ਦਿੰਦਾ। ਇਹ ਬਹੁਤ ਹੀ ਸਾਡੇ ਸਾਰਿਆਂ ਲਈ ਸ਼ਰਮਨਾਕ ਗੱਲ। ਚੁੰਦੀਆਂ ਜਾਗਦੀਆਂ ਜਿਵੇਂ ਅਸੀਂ ਲਾਸ਼ਾਂ ਤੁਰੇ ਫਿਰਦੇ। ਔਰ ਸਾਡੀ ਇਹ ਅਵੇਸਲਾਪਣ ਹੈ। ਇਸੇ ਕਰਕੇ ਸਰਕਾਰਾਂ ਗੰਭੀਰ ਨਹੀਂ ਇਸ ਮਸਲੇ ਦੇ ਉੱਤੇ। ਜੇ 1986 ਜਿਹੜਾ ਨਕੋਦਰ ਕਾਂਡ ਵਾਪਰਿਆ, ਉਸ ਵਕਤ ਉਹਦਾ ਇਨਸਾਫ ਮਿਲ ਜਾਂਦਾ, ਮੁੜ ਕੇ ਕੋਈ ਹਿੰਮਤ ਨਾ ਕਰਦਾ। ਤੇ ਫਿਰ ਆ ਪੰਥ ਦੀ ਸਰਕਾਰ ਵੇਲੇ ਹੋਇਆ ਤੇ ਹੁਣ ਇਹਨਾਂ ਵੇਲੇ ਹੋ ਰਿਹਾ ਜਿਹੜੇ ਹੁਣ ਤੋਏ ਫਿਰਦੇ। ਹਾਲਾਤ ਵੇਖੋ। ਇਸ ਲਈ ਪਿਆਰਿਓ, ਬਾਕੀ ਸਾਰੀਆਂ ਗੱਲਾਂ ਛੱਡ ਦਿਓ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਹੀਂ ਹੋਰ। ਸਾਡਾ ਗੁਰੂ ਸਭ ਕੁਝ ਹੈ। ਗੁਰੂ ਲਈ ਖੜੀਏ, ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਔਰ ਸਤਿਗੁਰ ਨੇ ਐਸੀਆਂ ਰਹਿਮਤਾਂ ਸਾਡੀ ਝੋਲੀ 'ਚ ਪਾਉਣੀਆਂ ਨੇ ਕਿ ਅਸੀਂ ਕਦੇ ਸੁਪਨਾ ਵੀ ਨਹੀਂ ਲਿਆ, ਅਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਇਸ ਲਈ ਆਪ ਗੁਰਬਾਣੀ ਪੜਨ, ਸੁਣ, ਸਮਝਣ, ਵਿਚਾਰਨ ਦੀ ਆਦਤ ਬਣਾਓ। ਤੁਹਾਡੇ ਬੜੇ ਨੌਜਵਾਨ ਸਿਆਣੇ ਸੂਝਵਾਨ ਨੇ। ਮੈਂ ਤਾਂ ਮੇਰੇ ਇਹਨਾਂ ਵੀਰਾਂ ਨੂੰ ਵੀ, ਭੈਣਾਂ ਨੂੰ, ਸਭ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਕੋਈ ਨਾ ਕੋਈ ਚੰਗਾ ਸਿੰਘ ਭਾਵਾਂ ਪਿੰਡ 'ਚ ਰੱਖ ਲਓ। ਕਲਾਸ ਲੱਗੇ ਗੁਰਮਤਿ, ਗੁਰਦੁਆਰੇ 'ਚ ਸੰਥਿਆ, ਗੁਰਸਿੱਖ ਬੈਠੇ ਭਾਈ ਸਾਹਿਬ, ਇਹਨਾਂ ਤੋਂ ਕੋਈ ਹੋਰ ਜਿਵੇਂ ਤੁਹਾਨੂੰ ਠੀਕ ਲੱਗੇ। ਇਹ ਆਪਾਂ ਪਿੰਡ ਪਿੰਡ ਇਦਾਂ ਸ਼ੁਰੂ ਕਰੀਏ ਕੰਮ। ਜਿਵੇਂ ਇੱਥੇ ਇਹ ਨੌਜਵਾਨਾਂ ਦੀ ਟੀਮ ਹੈ, ਹਰ ਪਿੰਡ 'ਚ, ਫੇਰ ਹੀ ਸਾਡਾ ਬਚਾਅ ਹੋ ਸਕਦਾ ਹੈ। ਵੇਖੋ, ਸਿੱਖੀ ਦੀਆਂ ਗੱਲਾਂ ਤਾਂ ਬੜੀਆਂ ਵੱਡੀਆਂ। ਇੱਕ ਗੱਲ ਤਾਂ ਸਾਂਝੀ ਹੈ ਨਾ, ਆਪਾਂ ਇਹ ਤਾਂ ਸਾਰੇ ਚਾਹੁੰਦੇ ਆ ਨਾ ਕਿ ਸਾਡੇ ਘਰੇ ਦੀਵਾ ਬਲਦਾ ਰਹੇ। ਇਹ ਤਾਂ ਚਾਹੁੰਦੇ ਆ ਨਾ ਕਿ ਆਉਣ ਵਾਲੀਆਂ ਪੀੜ੍ਹੀਆਂ ਚੱਲਦੀਆਂ ਰਹਿਣ। ਪੀੜ੍ਹੀਆਂ ਚੱਲਣੀਆਂ ਉਹਨਾਂ ਦੀਆਂ ਜਿਹੜੇ ਬਾਣੀ ਨਾਲ ਜੁੜ ਗਏ। ਬਾਕੀ ਤਾਂ ਨਸ਼ੇ ਇਹੋ ਜਿਹੇ ਆ ਗਏ, ਹਾਲਾਤ ਇਹੋ ਜਿਹੇ ਬਣ ਗਏ, ਨਾ ਲੋਕਾਂ ਨੂੰ ਰਿਸ਼ਤੇ ਨਾਤੇ ਨਿਭਾਉਣ ਦੀ ਅਕਲ ਰਹੀ ਹੈ। ਬੜੇ ਬੁਰੇ ਹਾਲਾਤ, ਬਹੁਤ ਬੁਰੇ ਹਾਲਾਤ। ਪਰ ਘਬਰਾਉਣ ਦੀ ਕੋਈ ਲੋੜ ਨਹੀਂ। ਆਪਣਾ ਗੁਰੂ ਬੜਾ ਸਮਰੱਥ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਸਤਿਗੁਰੂ ਜੀ ਦਾ ਕੋਟਨ ਕੋਟ ਸ਼ੁਕਰ। ਆਓ ਰਲ ਕੇ ਹੁਣ 6 ਪੌੜੀਆਂ ਆਨੰਦ ਸਾਹਿਬ ਦੇ ਪਾਠ, ਅਰਦਾਸ, ਹੁਕਮਨਾਮਾ ਸਾਹਿਬ ਰਲ ਕੇ ਆਪਾਂ ਸਾਰੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪ੍ਰਿਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ।
साचे साहिबा क्या नाही घर तेरा, सदा सिफ्त सलाह तेरी नाम मन वसावे। कह नानक सच्चे साहिब क्या नाही घर तेरा, साचा नाम मेरा आधारू। कर शांत सुख मन आए वसिया, जिन इच्छा सब कुछ आइया। कह नानक सुनो संतो शब्द धरो प्यारो, साचा नाम मेरा आधारो वाजे। घर सुभागै शब्द वाजे, कला जित घर धारिया। धुर कर्म पाया तुद जिन को, से नाम हर कै लागे। आनंद सुनो वड भागी हो, सगल मनोरथ पूरे। दुख रोग संताप उतरे, सुनी सच्ची बाणी। सुन ते पुनीत कहते पवित, सतगुर रहया भर पूरे। सुन ते पुनीत कहते पवित, सतगुर रहया भर पूरे। वाहिगुरु जी का खालसा, वाहिगुरु जी की फतेह।